Hello everyone, welcome to my channel Victor's Knowledge. This is Chinu Sharma and I am back with another video related to agriculture. ਜਿਹੜਾ ਇਹ ਟੌਪਿਕ ਹੈ ਇਹ ਆਪਾਂ ਇਕਨੋਮੀ ਦੇ ਅੰਦਰ ਵੀ ਪੜ੍ਹਦੇ ਆ ਇਹਨੂੰ ਆਪਾਂ ਐਗਰੀਕਲਚਰ ਦੇ ਅੰਦਰ ਵੀ ਪੜ੍ਹਦੇ ਆ ਸੋ ਇਹ ਟੌਪਿਕ ਦੇ ਨਾਲ ਆਪਣੇ ਦੋ ਸਬਜੈਕਟਸ ਦੇ ਇੰਪੋਰਟੈਂਟ ਇੱਕ ਇਸ਼ੂ ਜਿਹੜਾ ਉਹ ਕਵਰ ਹੋ ਜਾਊਗਾ ਸੋ ਬੇਸਿਕਲੀ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਜਿਹਨੂੰ ਆਪਾਂ MSP ਕਹਿੰਦੇ ਆ ਜਿਹੜਾ ਇਹਦਾ ਟੌਪਿਕ ਹੈ ਇਸ਼ੂ ਹੈ ਇਹ ਅੱਜ ਦੇ ਸਮੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਚਰਚਾ ਦੇ ਵਿੱਚ ਹੈ ਕਿਉਂਕਿ ਜਿਹੜੇ ਫਾਰਮਰਸ ਪ੍ਰੋਟੈਸਟ ਕਰ ਰਹੇ ਨੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਹਦੇ ਵਿੱਚ ਬਾਰ-ਬਾਰ MSP ਨੂੰ ਲੈ ਕੇ ਵੀ ਇੱਕ ਇਸ਼ੂ ਸਾਹਮਣੇ ਆਉਂਦਾ ਹੈ ਸੋ ਅੱਜ ਆਪਾਂ ਇਸ ਟੌਪਿਕ ਦੇ ਵਿੱਚ ਡੀਟੇਲ ਵਿੱਚ ਦੇਖਾਂਗੇ ਕਿ MSP ਹੈ ਕੀ ਇਹਦੇ ਨਾਲ ਰਿਲੇਟਡ ਕੋਈ ਲਾਅ ਹੈ ਜਾਂ ਨਹੀਂ ਹੈ ਸੋ ਇਹ ਕਿਹੜੀ ਇੱਕ जी एग्रीकल्चर ਨਾਲ ਰਿਲੇਟਡ ਕਮੇਟੀ ਹੈ ਕਮਿਸ਼ਨ ਹੈ ਜਿਹੜਾ ਕਿ ਇਹਨੂੰ ਲਾਗੂ ਕਰਵਾਉਂਦਾ ਸਰਕਾਰ ਦਾ ਇਹਦੇ ਵਿੱਚ ਕੀ ਰੋਲ ਹੈ ਸੈਂਟਰ ਦੀ ਸਰਕਾਰ ਦਾ ਕੀ ਰੋਲ ਹੈ ਕਿਹੜੀਆਂ ਕ੍ਰੌਪਸ MSP ਦੇ ਅੰਦਰ ਕਵਰ ਹੁੰਦੀਆਂ ਨੇ ਤੇ ਐਂਡ ਤੇ ਆਪਾਂ ਦੇਖਾਂਗੇ that why farmers are protesting farmers protest ਕਿਉਂ ਕਰ ਰਹੇ ਨੇ ਤੇ MSP ਨੂੰ ਲੈ ਕੇ ਉਹਨਾਂ ਦੇ ਸਰਕਾਰ ਤੋਂ ਕੀ ਡਿਮਾਂਡਸ ਨੇ ਸੋ ਇਹ ਸਾਰਾ ਕੁਝ ਆਪਾਂ ਅੱਜ ਦੇ ਇਸ ਲੈਕਚਰ ਦੇ ਵਿੱਚ ਡੀਪਲੀ ਐਨਾਲਾਈਜ਼ ਕਰਾਂਗੇ Before starting with the lecture, I want to share something very important with you people. So Race Academy Official, ਤੁਸੀਂ ਇਸ ਐਪ ਨੂੰ ਆਪਣੇ Play Store ਤੋਂ ਡਾਊਨਲੋਡ ਕਰਕੇ ਇੰਸਟਾਲ ਕਰ ਸਕਦੇ ਹੋ ਤੇ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਤੁਹਾਨੂੰ ਵੈਲਿਊਏਬਲ ਕੰਟੈਂਟ ਮਿਲ ਰਿਹਾ ਹੈ ਅਲੱਗ-ਅਲੱਗ ਕੋਰਸਿਸ ਦੀ ਫਾਰਮ ਦੇ ਵਿੱਚ ਸਟੈਟਿਕ ਜੀਕੇ ਨੂੰ ਲੈ ਕੇ ਇਹਦੇ ਵਿੱਚ ਮੰਥਲੀ ਤੇ 6 ਮੰਥ ਤੁਹਾਨੂੰ ਹਰ ਤਰ੍ਹਾਂ ਦੀ ਤੁਹਾਨੂੰ ਜਿਹੜਾ ਵੀ ਰਿਲਾਇਬਲ ਲੱਗਦਾ ਜਿਹੜਾ ਵੀ ਤੁਸੀਂ ਚਾਹੁੰਦੇ ਹੋ ਕਰੰਟ ਅਫੇਅਰ ਦਾ ਮੈਗਜ਼ੀਨ ਜਰਨਲ ਤੁਸੀਂ ਉਹ ਬਾਏ ਕਰ ਸਕਦੇ ਹੋ ਤੇ ਤੁਸੀਂ ਰੇਟ ਵੀ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਰੀਜ਼ਨੇਬਲ ਹੈ ਆਲਸੋ ਡਿਸਕਾਊਂਟ ਚੱਲ ਰਿਹਾ ਹੈ ਸੋ ਤੁਸੀਂ ਇਸ ਓਪਰਚੁਨਿਟੀ ਨੂੰ ਗ੍ਰੈਬ ਕਰੋ ਦੈਨ ਇਹਦੇ ਵਿੱਚ ਮੈਂ ਪਰਸਨਲੀ ਇਕਨੋਮਿਕਸ ਦੇ ਕੋਰਸਿਸ ਇਸ ਟਾਈਮ ਕਰਵਾ ਰਹੀ ਹਾਂ ਸੋ ਜੇ ਤੁਸੀਂ ਮੇਰੇ ਤੋਂ ਇਕਨੋਮਿਕਸ ਪੜ੍ਹਨੀ ਹੈ ਤਾਂ ਤੁਸੀਂ ਇਸ ਐਪ ਦੇ ਵਿੱਚ ਜਾ ਕੇ ਟੈਕਸੇਸ਼ਨ ਦਾ ਕੋਰਸ ਬਾਏ ਕਰੋ ਜਾਂ ਫਿਰ ਜੇ ਤੁਸੀਂ ਐਕਸਾਈਜ਼ ਇੰਸਪੈਕਟਰ ਦਾ ਐਗਜ਼ਾਮ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਇਸ ਐਪ ਦੇ ਵਿੱਚ ਪੂਰੀ ਦੀ ਪੂਰੀ ਇੱਕ ਕੋਰਸ ਅਲੱਗ ਤੋਂ ਹੈ ਜਿਹਦੇ ਵਿੱਚ ਕਿ ਐਕਸਾਈਜ਼ ਟੈਕਸੇਸ਼ਨ ਦੇ ਜਿੰਨੇ ਵੀ ਸਬਜੈਕਟ ਨੇ ਸਾਰੇ ਕਵਰ ਕਰਵਾਏ ਜਾ ਰਹੇ ਨੇ ਨਾਲ ਹੀ ਤੁਸੀਂ ਜਿਹੜਾ ਰੇਸ ਅਕੈਡਮੀ ਅਫੀਸ਼ੀਅਲ ਦਾ YouTube ਚੈਨਲ ਹੈ ਸਾਡਾ ਤੁਸੀਂ ਉਹਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਕਰੋ ਤੇ YouTube ਦੇ ਉੱਤੇ ਮੈਂ ਡੇਲੀ ਮਾਰਨਿੰਗ ਦੇ ਵਿੱਚ ਪੰਜਾਬੀ ਦੇ ਵਿੱਚ ਕਰੰਟ ਅਫੇਅਰ ਕਰਵਾਉਣੀ ਆ ਸੋ ਜੇ ਤੁਸੀਂ ਪੰਜਾਬੀ ਦੇ ਵਿੱਚ ਮੇਰੇ ਤੋਂ ਕਰੰਟ ਅਫੇਅਰ ਕਰਨੇ ਨੇ ਤਾਂ ਤੁਸੀਂ ਇਸ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰੋ Now we are starting with the topic ਸਭ ਤੋਂ ਪਹਿਲਾਂ ਆਪਾਂ ਦੇਖਾਂਗੇ what is minimum support price MSP ਹੈ ਕੀ ਇਹਦਾ ਮਤਲਬ ਕੀ ਹੈ minimum support price is an agricultural product price set by the government of India to purchase directly from the farmer so basically ਜਿਹੜਾ minimum support price ਹੈ minimum ਦਾ ਮਤਲਬ ਕਿ ਘੱਟ ਤੋਂ ਘੱਟ ਇੰਨਾ ਤਾਂ ਕਿਸਾਨਾਂ ਨੂੰ ਫਸਲ ਦੇ ਬਦਲੇ ਦਿੱਤਾ ਹੀ ਦਿੱਤਾ ਜਾਊਗਾ एक एग्रीकल्चर प्रोडक्ट प्राइस है ਜਿਹੜੇ ਕ੍ਰੌਪਸ ਨੇ ਖੇਤਾਂ ਦੇ ਉੱਤੇ ਲੱਗਦੀਆਂ ਨੇ ਸੋ ਜਦੋਂ ਆਪਾਂ ਉਹਨਾਂ ਨੂੰ ਕੱਟ ਲੈਂਦੇ ਆ ਤਾਂ ਉਹਨਾਂ ਦੀ ਵਾਢੀ ਤੋਂ ਬਾਅਦ ਕੀ ਹੁੰਦਾ ਹੈ ਕਿ ਫਾਰਮਰਸ ਆਪਣੀ ਫਸਲ ਨੂੰ ਵੇਚਣ ਜਾਂਦੇ ਨੇ ਸੋ ਜਿਹੜੇ ਮਿਨੀਮਮ ਸਪੋਰਟ ਪ੍ਰਾਈਸ ਹੈ ਇੱਕ ਸਰਕਾਰ ਹੈ ਜਿਹੜੀ ਉਹ ਸੈੱਟ ਕਰਦੀ ਹੈ ਕਿ ਡਾਇਰੈਕਟਲੀ ਜੇ ਕਿਸੇ ਨੇ ਫਾਰਮਰ ਤੋਂ ਖਰੀਦਣਾ ਹੈ ਤਾਂ ਘੱਟੋ ਘੱਟ ਕਿੰਨੇ ਦਾ ਖਰੀਦੂ This rate is to safeguard the farmers to a minimum profit for the harvest if the open market has lesser price than the cost incurred so ਇਹ ਬਹੁਤ important line ਹੈ ਜਿਹੜਾ rate ਹੈ MSP ਹੈ ਇੱਕ safeguard ਹੈ ਮਤਲਬ ਕਿ farmers ਨੂੰ ਇੱਕ safety security ਮਿਲੀ ਹੋਈ ਹੈ ਕਿ ਜੇ by chance ਤੁਸੀਂ open market ਦੇ ਵਿੱਚ ਵੇਚਦੇ ਹੋ ਤੇ ਉੱਥੇ ਤੁਹਾਨੂੰ ਘੱਟ price ਮਿਲਦਾ ਹੈ ਤਾਂ ਜੇ ਤੁਸੀਂ ਸਿੱਧਾ ਵੇਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਘੱਟ ਤੋਂ ਘੱਟ ਜਿੰਨੀ MSP ਤੈਅ ਹੈ ਉਹਦੇ ਤੇ ਤਾਂ ਤੁਹਾਡੀ ਫਸਲ ਵਿਕੂਗੀ ਹੀ ਵਿਕੂਗੀ ਸੋ ਇਹ ਹੈ MSP ਇੱਕ ਸ਼ੋਰਿਟੀ ਹੈ ਸਿਕਿਉਰਿਟੀ ਇੱਕ ਸੇਫਗਾਰਡ ਦਾ ਕੰਮ ਕਰਦੀ ਹੈ ਫਾਰਮਰਸ ਦੇ ਲਈ ਕਿਸਾਨਾਂ ਦੇ ਲਈ ਹੁਣ ਆਪਾਂ ਦੇਖਾਂਗੇ ਵੀ MSP ਨੂੰ ਸੈੱਟ ਕੌਣ ਕਰਦਾ ਹੈ ਜਿਹੜੀ MSP ਹੈ ਇਹ ਗਵਰਨਮੈਂਟ ਆਫ ਇੰਡੀਆ ਅਨਾਉਂਸ ਕਰਦੀ ਹੈ ਜਦੋਂ ਆਪਾਂ ਸੋਇੰਗ ਸੀਜ਼ਨ ਹੁੰਦਾ ਜਿਹੜਾ ਉਹਦੀ ਸਟਾਰਟਿੰਗ ਦੇ ਵਿੱਚ ਕੁਝ ਕ੍ਰੌਪਸ ਦੇ ਲਈ ਸਰਟਨ ਕ੍ਰੌਪਸ ਆਉਂਦੇ ਉਹਨਾਂ ਆਪਾਂ ਅੱਗੇ ਦੇਖਾਂਗੇ ਕਿ ਕਿਹੜੀਆਂ ਕ੍ਰੌਪਸ ਨੇ ਤੇ ਜਿਹੜੀ ਗਵਰਨਮੈਂਟ ਆਫ ਇੰਡੀਆ ਉਹ ਕਿਹਦੇ ਨਾਲ ਮਿਲ ਕੇ ਕਿਹਦੀ ਸਲਾਹ ਰეკਮੈਂਡੇਸ਼ਨ ਦੇ ਨਾਲ ਇਹ ਸੈੱਟ ਕਰਦੀ ਹੈ CACP ਕਮਿਸ਼ਨ ਫॉर ਐਗਰੀਕਲਚਰ ਕਾਸਟ ਐਂਡ ਪ੍ਰਾਈਸ ਇਹ ਬਹੁਤ ਹੀ ਜ਼ਿਆਦਾ ਕੁਐਸਚਨ ਇੰਪੋਰਟੈਂਟ ਹੈ ਤੁਹਾਨੂੰ ਇਹ ਟਿਪਸ ਤੇ ਹੋਣਾ ਚਾਹੀਦਾ ਹੈ ਵੀ MSP ਨੂੰ ਕਿਹੜਾ ਕਮਿਸ਼ਨ ਰეკਮੈਂਡ ਕਰਦਾ ਹੈ ਸੋ ਇਹ ਹੈ CACP The minimum support price are a guaranteed price for their produce from the government ਆਪਾਂ already ਪੜ੍ਹ ਚੁੱਕੇ ਹਾਂ
The major objective is to support the farmer from distress sale जे घट किसी दी सेल हो रही है या जे किसी ने फूड ग्रेन ਨੂੰ पब्लिक डिस्ट्रीब्यूशन ਲਈ ਪ੍ਰੋਕਿਓਰ ਕਰਨਾ ਹੈ ਤਾਂ ਕਿਸਾਨਾਂ ਤੋਂ ਜਿਹੜੀ ਸਰਕਾਰ ਹੈ ਜਾਂ ਕੋਈ ਪਬਲਿਕ ਡਿਸਟ੍ਰੀਬਿਊਸ਼ਨ ਲਈ ਲੈ ਰਿਹਾ ਕਿਸਾਨਾਂ ਤੋਂ ਫਸਲ ਕਣਕ ਲੈ ਰਿਹਾ ਤਾਂ ਜਿੰਨਾ ਮਿਨੀਮਮ ਸਪੋਰਟ ਪ੍ਰਾਈਸ ਹੈ ਉਹਨਾਂ ਤਾਂ ਫਾਰਮਰਸ ਨੂੰ ਬਦਲੇ ਵਿੱਚ ਦਿੱਤਾ ਹੀ ਦਿੱਤਾ ਜਾਊਗਾ ਸੋ ਇਹ ਹੈ ਐਮਐਸਪੀ 1970 ਤੱਕ ਗਵਰਨਮੈਂਟ ਦੋ ਤਰ੍ਹਾਂ ਦੇ ਪ੍ਰਾਈਸਿਸ ਦੇ ਨਾਲ ਚੱਲਦੀ ਸੀ ਹੁਣ ਤਾਂ ਸਿਰਫ ਐਮਐਸਪੀ ਦੀ ਆਪਾਂ ਗੱਲ ਕਰਦੇ ਹਾਂ ਬਟ 1970 ਤੱਕ ਟਿਲ ਦ ਮਿਡ 1970s government announced two types of administered price ਉਹ ਦੋ ਤਰ੍ਹਾਂ ਦੇ ਕਿਹੜੇ ਅਲੱਗ-ਅਲੱਗ ਪ੍ਰਾਈਸ ਸੀ ਇੱਕ ਤਾਂ ਸੀ ਮਿਨੀਮਮ ਸਪੋਰਟ ਪ੍ਰਾਈਸ ਸੀ ਐਮਐਸਪੀ ਦੂਜਾ ਸੀ ਪ੍ਰੋਕਿਊਰਮੈਂਟ ਪ੍ਰਾਈਸ ਸੋ ਪ੍ਰੋਕਿਊਰਮੈਂਟ ਪ੍ਰਾਈਸ ਕੀ ਹੈ ਇਹ ਉਹ ਪ੍ਰਾਈਸ ਹੈ ਜਿਹੜਾ ਕਿ ਖਾਰਿਫ ਤੇ ਰਾਬੀ ਸੀਰੀਅਲ ਹੈ ਜਿਹੜੇ at which the grain was to be domestically procured by public agency like FCI so ਇਹ ਉਹ ਪ੍ਰਾਈਸ ਹੈ ਜਿਹੜਾ ਕਿ FCI ਵਗੈਰਾ FCI ਕੀ ਹੈ ਫੂਡ ਕਾਰਪੋਰੇਸ਼ਨ ਆਫ ਇੰਡੀਆ ਜਿਹੜੀਆਂ ਸਰਕਾਰੀ ਏਜੰਸੀਜ਼ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੇ ਲਈ ਜਿਵੇਂ ਆਪਾਂ ਰਾਸ਼ਨ ਕਾਰਡ ਵਗੈਰਾ ਬਣੇ ਹੁੰਦੇ ਨੇ ਗਰੀਬਾਂ ਦੇ ਉਹਨਾਂ ਨੂੰ ਰਾਸ਼ਨ ਸ਼ਾਪਸ ਤੋਂ ਰਾਸ਼ਨ ਮਿਲਦਾ ਹੈ ਘੱਟ ਰੇਟ ਤੇ ਸਸਤੇ ਰੇਟ ਤੇ ਰੀਜ਼ਨੇਬਲ ਪ੍ਰਾਈਸ ਤੇ ਸੋ ਜਿਹੜੇ FCI ਹੈ ਉਹ ਜਦੋਂ ਲੈਂਦੀ ਹੈ ਡੋਮੈਸਟਿਕਲੀ ਪ੍ਰੋਕਿਓਰ ਕਰਨ ਦੇ ਲਈ ਆਪਣੀ ਏਜੰਸੀ ਦੇ ਯੂਜ਼ ਦੇ ਲਈ ਤਾਂ ਉਹ ਪ੍ਰੋਕਿਊਰਮੈਂਟ ਪ੍ਰਾਈਸ ਇੱਕ ਅਲੱਗ ਤੋਂ ਸੈੱਟ ਕੀਤੇ ਜਾਂਦੇ ਸੀ ਸਰਕਾਰ ਦੇ ਲਈ ਜਿਹਦੇ ਉੱਤੇ ਕਿ ਖਾਰਿਫ ਤੇ ਰਾਬੀ ਜਿਹੜੀਆਂ ਦੋ ਸੀਰੀਅਲਸ ਨੇ ਇਹਨਾਂ ਨੂੰ ਲਿਆ ਜਾਂਦਾ ਸੀ ਜਿਵੇਂ ਚਾਵਲ ਹੈ ਕਣਕ ਹੈ ਨਾਰਮਲੀ ਕੀ ਹੁੰਦਾ ਸੀ ਜਿਹੜਾ ਪ੍ਰੋਕਿਊਰਮੈਂਟ ਪ੍ਰਾਈਸ ਸੀ ਉਹ ਘੱਟ ਹੁੰਦਾ ਸੀ ਓਪਨ ਮਾਰਕੀਟ ਪ੍ਰਾਈਸ ਤੋਂ ਤੇ ਐਮਐਸਪੀ ਤੋਂ ਜ਼ਿਆਦਾ ਹੁੰਦਾ ਸੀ ਸੋ ਇਹ ਆਪਾਂ ਨੇ ਇੰਪੋਰਟੈਂਟ ਚੀਜ਼ ਯਾਦ ਰੱਖਣੀ ਹੈ ਕਿ ਜਿਹੜੀਆਂ ਸਰਕਾਰੀ ਏਜੰਸੀਆਂ ਚੱਕਦੀਆਂ ਸੀ ਫਸਲ ਉਹ ਕਿਹੜੇ ਰੇਟ ਤੇ ਚੱਕਦੀਆਂ ਸੀ ਉਹ ਰੇਟ ਐਮਐਸਪੀ ਤੋਂ ਜ਼ਿਆਦਾ ਹੁੰਦਾ ਸੀ since there were too many demands for stepping up the MSP in 1975-76 the present system was evolved in which only one set of price was announced for paddy and other kharif crop and wheat being procured for buffer stock operation so basically 1975-76 तक जाके बहुत ही ज़्यादा confusing हो गया सी कि MSP ते कौन खरीदू procurement price ते कौन कितना खरीदू सो सरकार ने ये सारा confusion दूर करने दे लिए लोकां दी किसानां दी डिमांड दे उत्ते की किता एक ही प्राइस तय करता procurement price नू हटाता सिर्फ MSP रखता सो ये अपन इंपॉर्टेंट चीज याद रखनी है कि 1970 तो पहला दो तरह के प्राइसेस सी ਉਸ ਤੋਂ ਬਾਅਦ ਆਂਦਾ ਹੈ ਕਿ ਆਪਾਂ ਐਮਐਸਪੀ ਨੂੰ ਤੈਅ ਕਰਨ ਦੇ ਲਈ ਉਹਨੂੰ ਡਿਟਰਮਾਈਨ ਕਰਨ ਲਈ ਉਹਨੂੰ ਸੈੱਟ ਕਰਨ ਦੇ ਲਈ ਆਪਾਂ ਕਿਹੜੀਆਂ ਚੀਜ਼ਾਂ ਕਿਹੜੇ ਫੈਕਟਰਾਂ ਦਾ ਧਿਆਨ ਰੱਖਦੇ ਹਾਂ in formulating the recommendation in respect of the level of minimum support price and other non-price measure the commission ਕਿਹੜਾ ਆ ਗਿਆ ਉਰੇ CACP apart from a comprehensive view of the entire structure of economy of a particular commodity or group of commodities the following factor so ਜਿਹੜਾ CACP ਹੈ ਕਮਿਸ਼ਨ ਹੈ ਜਿਹੜਾ ਕਿ ਰეკਮੈਂਡ ਕਰਦਾ ਹੈ ਗਵਰਨਮੈਂਟ ਆਫ ਇੰਡੀਆ ਨੂੰ ਕਿ ਤੁਸੀਂ ਕਿੰਨਾ ਮਿਨੀਮਮ ਸਪੋਰਟ ਪ੍ਰਾਈਸ ਰੱਖਣਾ ਹੈ ਉਹ ਓਵਰਆਲ ਇਕਨੋਮੀ ਦਾ ਫਸਲ ਦਾ ਜਿਹੜਾ ਸਟਰਕਚਰ ਚੱਲ ਰਿਹਾ ਜਿਹੜੀ ਨੇਚਰ ਚੱਲ ਰਹੀ ਹੈ ਉਹ ਤਾਂ ਧਿਆਨ ਚ ਰੱਖੂ ਹੀ ਰੱਖੂ ਉਦੋਂ ਇਲਾਵਾ ਕਿਹੜੇ ਮੇਨ ਫੈਕਟਰ ਧਿਆਨ ਚ ਰੱਖੂ ਇਹ ਇੰਪੋਰਟੈਂਟ ਹੈ ਆਪਾਂ ਨੇ ਧਿਆਨ ਨਾਲ ਪੜ੍ਹਨੇ ਆ ਸੋ ਪਹਿਲਾ ਹੈ ਕਾਸਟ ਆਫ ਪ੍ਰੋਡਕਸ਼ਨ ਫਸਲ ਨੂੰ ਲਗਾਉਣ ਤੇ ਕਿੰਨਾ ਖਰਚਾ ਹੋਇਆ changes in input price input output price parity trend in market price demand and supply फसल दी कितनी supply हो रही है कितनी demand है intercrop price parity effect on industrial cost structure effect on cost of living effect on general price level international price situation कि global level ते उस फसल दा कितना rate चल रहा है parity between price paid price received by the farmer कितना price दा खर्चा आया farmers दा ਕਿੰਨਾ ਫਸਲ ਤੋਂ ਮਿਲ ਰਿਹਾ ਵਾਪਸ ਸੋ ਇਹ ਦੇਖਾਂਗੇ ਆਪਾਂ ਕਿ ਇੰਨਾ ਕਿਸਾਨਾਂ ਨੂੰ ਬਚਤ ਹੋਵੇ ਫਸਲ ਵੇਚ ਕੇ ਕਿ ਉਹ ਆਪਣੀ ਨਾਰਮਲ ਕਾਸਟ ਆਫ ਲਿਵਿੰਗ ਨੂੰ ਈਜ਼ੀਲੀ ਹੈਂਡਲ ਕਰ ਸਕਣ ਦੈਨ ਲਾਸਟ ਵਿੱਚ ਆਂਦਾ ਇਫੈਕਟ ਔਨ ਇਸ਼ੂ ਪ੍ਰਾਈਸ ਐਂਡ ਇੰਪਲੀਕੇਸ਼ਨਸ ਫॉर ਸਬਸਿਡੀ ਸੋ ਇਹ ਸਾਰੇ ਪੁਆਇੰਟਸ ਆਪਾਂ ਫੈਕਟਰਸ ਕੰਸੀਡਰ ਕਰਕੇ ਹੀ ਐਮਐਸਪੀ ਨੂੰ ਡਿਸਾਈਡ ਕਰਾਂਗੇ ਕਿ ਕਿੰਨੀ ਰੱਖਣੀ ਹੈ ਕਿਹੜੀ ਕ੍ਰੌਪ ਲਈ ਸੋ ਹੁਣ ਆਪਾਂ ਦੇਖਾਂਗੇ ਕਿ ਐਮਐਸਪੀ ਦੇ ਅੰਦਰ ਕਿਹੜੀਆਂ ਕ੍ਰੌਪਸ ਕਵਰ ਹੁੰਦੀਆਂ ਨੇ ਸੋ ਟੋਟਲ 22 ਕ੍ਰੌਪਸ ਆਉਂਦੀਆਂ ਨੇ ਜਿਹੜੀਆਂ ਕਿ ਕੰਪਲਸਰੀ ਨੇਚਰ ਦੀਆਂ ਨੇ ਜਿਨ੍ਹਾਂ ਦੀ ਐਮਐਸਪੀ ਡਿਸਾਈਡ ਹੁੰਦੀ ਹੈ ਤੇ ਇੱਕ 23ਵੀਂ ਕ੍ਰੌਪ ਸ਼ੂਗਰ ਕੇਨ ਗੰਨਾ ਜਿਹੜਾ ਇਹਦਾ ਪ੍ਰਾਈਸ ਇਹਨੂੰ ਆਪਾਂ ਐਮਐਸਪੀ ਨਹੀਂ ਬੋਲਦੇ ਇਹਨੂੰ ਬੋਲਦੇ ਆ ਫੇਅਰ ਐਂਡ ਰੈਮੂਨਰੇਟਿਵ ਪ੍ਰਾਈਸ FRP ਸੋ ਇੰਪੋਰਟੈਂਟ ਟਰਮ ਹੈ
कि ਸ਼ੂਗਰ ਕੇਨ, ਇਹ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਦੇਖਿਆ ਗਿਆ ਹੈ ਕਿ whether sugar cane is covered under MSP or not, ਤੇ ਜੇ ਆਪਸ਼ਨ ਦੇ ਵਿੱਚ fair and remunerative price ਹੈ ਤਾਂ ਆਪਾਂ ਨੇ ਉਹ ਟਿਕ ਕਰਨਾ। ਸੋ ਜਿਹੜੀਆਂ ਟੋਟਲ 22 ਕ੍ਰੌਪਸ ਨੇ ਇਹਦੇ ਵਿੱਚੋਂ 14 ਖਾਰਿਫ ਦੀਆਂ ਨੇ, 6 ਰਾਬੀ ਸੀਜ਼ਨ ਨਾਲ ਰਿਲੇਟਡ ਨੇ ਤੇ 2 ਕ੍ਰੌਪਸ ਕਮਰਸ਼ੀਅਲ ਹਾਰਟੀਕਲਚਰ ਕ੍ਰੌਪਸ ਹੈ। ਸੋ ਇਹ ਇੰਪੋਰਟੈਂਟ ਕੈਟੇਗਰਾਈਜੇਸ਼ਨ ਵੀ ਯਾਦ ਰੱਖਣੀ ਹੈ। ਲਿਸਟ ਕੀ ਹੈ? 7 ਸੀਰੀਅਲਸ, 5 ਪਲਸਿਸ, 8 ਆਇਲ ਸੀਡ, ਪੈਡੀ, ਵੀਟ, ਬਾਰਲੇ, ਗ੍ਰਾਮ, ਅਰਹਰ, ਤੂਰ, ਮੂੰਗ, ਉਰਦ, ਜਿਵੇਂ ਗਰਾਊਂਡਨਟ ਹੋ ਗਿਆ, ਰੇਪ ਸੀਡ, ਤੋਰੀਆ, ਸੋਇਆਬੀਨ। ਸੋ ਇਸ ਤਰ੍ਹਾਂ ਦੇ ਜਿੰਨੇ ਵੀ ਆਇਲ ਸੀਡਸ ਜਿਨ੍ਹਾਂ ਤੋਂ ਆਇਲ ਪ੍ਰੋਡਿਊਸ ਹੁੰਦਾ ਹੈ ਉਹ ਸਾਰੇ 8 ਕੈਟੇਗਰੀ ਦੇ ਆਇਲ ਸੀਡਸ ਵੀ MSP ਦੇ ਅੰਦਰ ਆਉਂਦੇ ਨੇ। ਸੋ ਉਸ ਤੋਂ ਇਲਾਵਾ ਰॉ ਕਾਟਨ, ਰॉ ਜੂਟ, ਕੋਪਰਾ, ਡੀਹਸਟ ਕੋਕੋਨਟ, ਸ਼ੂਗਰ ਕੇਨ ਦੇ ਲਈ FRP ਫੇਅਰ ਐਂਡ ਰੈਮੂਨਰੇਟਿਵ ਪ੍ਰਾਈਸ, ਵਰਜੀਨੀਆ ਫਲੂਕਿਓਰ ਟੋਬੈਕੋ। ਜਿਹੜੀ ਸ਼ੂਗਰ ਕੇਨ ਇਹਦਾ ਪ੍ਰਾਈਸ ਡਿਸਾਈਡ ਹੁੰਦਾ ਹੈ, ਇਹ ਹੁੰਦਾ ਹੈ ਐਜ਼ ਪਰ ਸ਼ੂਗਰ ਕੇਨ ਕੰਟਰੋਲ ਆਰਡਰ 1966। ਇੱਕ ਸਟੈਚੂਟਰੀ ਲਾਅ ਨੇ ਅਲੱਗ ਤੋਂ ਪ੍ਰੋਵੀਜ਼ਨ ਬਣਾਤੀ ਹੈ ਸ਼ੂਗਰ ਕੇਨ ਦੇ ਲਈ, ਤੇ ਇਹ ਕਿਹਦੇ ਅੰਦਰ ਆਉਂਦੀ ਹੈ? ਜਿਹੜੀ ਇਹ ਆਰਡਰ ਹੈ Essential Commodity Act 1955। ਇਹ ਵੀ ਇੰਪੋਰਟੈਂਟ ਹੈ ਕਿ ਸ਼ੂਗਰ ਕੇਨ FRP ਉਹਦੀ ਜਿਹੜੀ ਡਿਸਾਈਡ ਹੁੰਦੀ ਹੈ ਉਹ ਕਿਹੜੇ ਆਰਡਰ ਤੇ ਕਿਹੜੇ ਐਕਟ ਦੇ ਅੰਦਰ ਉਹ ਆਰਡਰ ਆਉਂਦਾ। ਸੋ ਇਹ ਆਪਾਂ ਨੇ 2 ਇੰਪੋਰਟੈਂਟ ਚੀਜ਼ਾਂ ਯਾਦ ਰੱਖਣੀਆਂ ਨੇ। It is somewhat strange that the concept of MSP, an important aspect of boosting farmers' income, finds no mention in any law। ਇਹ PPSC ਦੇ ਜਿਹੜਾ ਲੇਟੈਸਟ ਐਗਜ਼ਾਮ ਹੋਇਆ ਸੀ ਉਹਦੇ ਵਿੱਚ, ਜਿਹੜਾ ਇਸੇ ਸਾਲ ਐਗਜ਼ਾਮ ਹੋਇਆ ਉਹਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਸੀ ਕਿ MSP ਨੂੰ ਲੈ ਕੇ, ਉਹਦੇ ਵਿੱਚ 2-3 ਪੁਆਇੰਟ ਸੀ MSP ਨੂੰ ਲੈ ਕੇ। ਸੋ ਉਹਦੇ ਵਿੱਚੋਂ ਇੱਕ ਪੁਆਇੰਟ ਸੀ ਕਿ MSP ਨੂੰ ਲੈ ਕੇ ਕੋਈ ਲਾਅ ਹੈਗਾ ਜਾਂ ਨਹੀਂ ਹੈਗਾ। ਸੋ MSP ਨੂੰ ਲੈ ਕੇ ਕੋਈ ਵੀ ਲਾਅ ਨਹੀਂ ਹੈ। ਈਵਨ ਇਟ ਹੈਜ਼ ਬੀਨ ਅਰਾਊਂਡ ਫॉर ਡੈਕੇਡਸ, ਚਾਹੇ ਕਾਫੀ ਸਾਲਾਂ ਤੋਂ ਆਪਣੇ ਨਾਲ ਚੱਲਦਾ ਆ ਰਿਹਾ MSP, ਇਹਨੂੰ ਲੈ ਕੇ ਕੋਈ ਪੱਕਾ ਲਾਅ ਨਹੀਂ ਹੈ, ਕੋਈ ਸ਼ੋਰਿਟੀ ਨਹੀਂ ਹੈ, ਸਿਰਫ ਬੋਲਣ ਦੇ ਵਿੱਚ ਹੈ। While the government does declare MSP twice a year, ਇਸ ਸਾਲ ਦੇ ਵਿੱਚ 2 ਵਾਰੀ ਗਵਰਨਮੈਂਟ ਅਨਾਉਂਸ ਕਰਦੀ ਹੈ, ਕੋਈ ਲਾਅ ਨਹੀਂ ਹੈ ਜਿਹੜਾ ਕਿ ਕੋਈ ਐਕਟ ਨਹੀਂ ਹੈ ਜਿਹੜਾ ਕਿ ਇਹਨੂੰ ਕਵੇ ਕਿ ਇਹ ਮੈਂਡੇਟਰੀ ਹੈ, ਸਰਕਾਰ ਨੂੰ MSP ਦੇਣੀ ਹੀ ਦੇਣੀ ਪਊਗੀ। What this technically mean? ਟੈਕਨੀਕਲੀ ਦਾ ਕੀ ਮਤਲਬ ਹੈ ਕਿ ਕੋਈ ਲਾਅ ਨਹੀਂ MSP ਦੇ, ਕਿ ਜਿਹੜੀ ਗਵਰਨਮੈਂਟ ਹੈ ਚਾਹੇ ਉਹ ਫਾਰਮਰਸ ਤੋਂ MSP ਦੇ ਉੱਤੇ ਫਸਲ ਖਰੀਦ ਰਹੀ ਹੈ ਪਰ ਉਹ obliged ਨਹੀਂ ਹੈ by law, ਮਤਲਬ ਉਹਦੀ ਮਰਜ਼ੀ ਹੈ ਕਿ ਕਦੋਂ ਵੀ ਉਹ ਇਸ ਚੀਜ਼ ਤੋਂ ਪਿੱਛੇ ਹਟ ਜਾਵੇ। As a matter of fact, there is no law which says MSP can be imposed on private trader as well. So, जब कोई law ही नहीं है तो MSP private traders ਨੂੰ ਲੈ ਕੇ ਵੀ ਕੋਈ surety ਨਹੀਂ ਦੇ ਸਕਦੀ। So, ਸਰਕਾਰ ਇਹ ਨਹੀਂ ਕਹਿ ਸਕਦੀ ਕਿ ਜਿਵੇਂ ਅਸੀਂ ਦੇ ਰਹੇ ਹਾਂ ਕੱਲ ਨੂੰ ਤੁਹਾਨੂੰ private traders ਵੀ MSP ਤੇ ਤੁਹਾਡੀ ਫਸਲ ਚੱਕਣਗੇ। So, ਇਹਦੇ ਨਾਲ ਕੀ ਹੈ? ਇੱਕ ਬਹੁਤ ਵੱਡਾ ਲੂਪ ਹੋਲ, ਇੱਕ ਕਮੀ ਦੇਖਣ ਨੂੰ ਮਿਲਦੀ ਹੈ ਕਿ ਫਾਰਮਰਸ ਦੇ ਇੰਟਰਸਟ ਨੂੰ ਇਗਨੋਰ ਕੀਤਾ ਗਿਆ, ਲਾਈਟਲੀ ਲਿਆ ਗਿਆ। ਜਿਹੜਾ CACP ਹੈ, ਕਮਿਸ਼ਨ ਹੈ ਜਿਹੜਾ ਡਿਸਾਈਡ ਕਰਦਾ MSP, ਉਹਨੇ ਬਹੁਤ ਵਾਰੀ ਰეკਮੈਂਡ ਕੀਤਾ ਹੈ ਸਰਕਾਰ ਨੂੰ ਕਿਹਾ ਕਿ ਇੱਕ ਲਾਅ ਪਾਸ ਕਰੋ, ਪਰ ਸਰਕਾਰ ਨੇ ਇਸ ਚੀਜ਼ ਨੂੰ ਕਦੇ ਵੀ ਨਹੀਂ ਮੰਨਿਆ। ਹੁਣ ਆਪਾਂ ਦੇਖਦੇ ਹਾਂ ਕਿ ਫਾਰਮਰਸ ਕਿਉਂ ਪ੍ਰੋਟੈਸਟ ਕਰ ਰਹੇ ਨੇ। ਫਾਰਮਰਸ ਅਪਸੈਟ ਨੇ ਇਸ ਚੀਜ਼ ਨੂੰ ਲੈ ਕੇ ਕਿ ਜਿਹੜਾ 3 ਦਾ ਬਿੱਲ ਹੈ, ਕਿਉਂਕਿ ਕਿਸੇ ਦੇ ਵਿੱਚ ਵੀ ਇੱਕ ਵੀ ਬਿੱਲ ਦੇ ਵਿੱਚ MSP ਦੀ ਗੱਲ ਨਹੀਂ ਕੀਤੀ ਗਈ। ਸੋ ਸ਼ੋਰਿਟੀ ਕਿੱਥੇ ਹੈ? ਸ਼ੋਰਿਟੀ ਕਿਤੇ ਵੀ ਨਹੀਂ ਹੈ। While PM Narendra Modi and his government verbally promised farmers that the MSP system will stay, farmers are finding it hard to trust the government. These 3 bills that have been introduced by the government have little to do with MSP. मतलब कि चाहे बोलन दे विच, लफ्ज़ां दे विच PM ने ते ओदी सारी गवर्नमेंट ने एक कहता ਵੀ ਅਸੀਂ ਫਾਰਮਰਸ ਨੂੰ MSP ਦਵਾਂਗੇ, ਉਹਦੇ ਨਾਲ ਸਾਡੀ ਕੋਈ ਪ੍ਰੋਬਲਮ ਨਹੀਂ ਹੈ ਕਿ MSP ਦੇ ਉੱਤੇ ਚੱਕ ਸਕਦੇ ਨੇ, ਕੰਟੀਨਿਊ ਕਰ ਸਕਦੇ ਨੇ ਸਿਸਟਮ ਨੂੰ, ਬਟ ਫਾਰਮਰਸ ਟਰਸਟ ਨਹੀਂ ਕਰ ਸਕਦੇ ਕਿਉਂਕਿ ਜਦੋਂ ਤੱਕ ਆਪਣੇ ਕੋਲ ਲਾਅ ਦੇ ਵਿੱਚ ਕੋਈ ਚੀਜ਼ ਪੱਕੇ ਤੌਰ ਤੇ ਆ ਨਹੀਂ ਜਾਂਦੀ, ਕੋਈ ਲੈਜਿਸਲੇਸ਼ਨ ਨਹੀਂ ਪਾਸ ਹੋ ਜਾਂਦੀ, ਵੀ ਕੈਨ ਨਾਟ ਟਰਸਟ ਐਨੀਵਨ। ਕਿਉਂਕਿ ਜਿਵੇਂ ਪਹਿਲਾਂ ਸਰਕਾਰ ਨੇ ਇਸ ਚੀਜ਼ ਨੂੰ ਕਮੀ ਦੇ ਵਿੱਚ ਰੱਖਿਆ, ਇਸ ਚੀਜ਼ ਨੂੰ CACP ਦੀ ਰეკਮੈਂਡੇਸ਼ਨ ਨੂੰ ਮੰਨਿਆ ਨਹੀਂ ਕਿ ਅਸੀਂ MSP ਦਾ ਕੋਈ ਲਾਅ ਬਣਾਵਾਂਗੇ। ਸੋ ਹੁਣ ਵੀ ਆਪਾਂ ਇਸ ਚੀਜ਼ ਨੂੰ ਟਰਸਟ ਨਹੀਂ ਕਰ ਸਕਦੇ ਕਿ ਹਜੇ ਵੀ ਸਰਕਾਰ ਇਸ ਚੀਜ਼ ਨੂੰ ਲੈ ਕੇ ਕੋਈ ਪ੍ਰੋਪਰ ਆਪਣੇ ਕੋਲ ਲਾਅ ਪਾਸ ਕਰੂਗੀ। The fact that there is no law safeguarding MSP worked in favor, ਤੇ ਇਸੇ ਚੀਜ਼ ਦਾ ਹੀ ਸਰਕਾਰ ਨੇ ਫਾਇਦਾ ਚੱਕਿਆ ਕਿ ਕੋਈ ਲਾਅ ਨਹੀਂ ਸੀ MSP ਨੂੰ ਲੈ ਕੇ।
While farmers have been allowed to sell their crops to any entity including private, they have demanded a written promise on MSP from the government as they are afraid that corporates would start exploiting them in the absence of MSP. ਸੋ ਹੁਣ ਇੰਨੇ ਸਾਲਾਂ ਤੋਂ ਜਦੋਂ MSP ਦੇ ਉੱਤੇ ਹੀ ਫਸਲ ਖਰੀਦੀ ਜਾ ਰਹੀ ਸੀ, ਮੰਡੀ ਸਿਸਟਮ ਸੀ, ਸਭ ਕੁਝ ਸਹੀ ਚੱਲਦਾ ਆ ਰਿਹਾ ਸੀ, ਤਾਂ ਜ਼ਰੂਰਤ ਕੀ ਸੀ ਨਵੀਆਂ ਚੀਜ਼ਾਂ ਲੈ ਕੇ ਆਉਣ ਦੀ। ਸੋ ਇੱਕ ਹੋਰ ਚੀਜ਼ ਹੈ ਕਿ ਫਾਰਮਰਸ ਕਿਉਂ ਇੰਨੇ ਜ਼ਿਆਦਾ ਪ੍ਰੋਟੈਸਟ ਕਰ ਰਹੇ ਨੇ, ਕਿਉਂ ਇੰਨੇ ਦੁਖੀ ਨੇ, ਕਿਉਂਕਿ ਉਹ ਕਹਿ ਰਹੇ ਨੇ ਕਿ ਸਰਕਾਰ ਤਾਂ ਸਾਨੂੰ ਅਸ਼ੋਰ ਕਰ ਰਹੀ ਹੈ, ਪਰ ਜਿਹੜੇ ਨਵੇਂ ਲਾਅ ਨੇ ਉਹਦੇ ਅਨੁਸਾਰ ਕੱਲ ਨੂੰ ਸਾਡੇ ਤੋਂ ਪ੍ਰਾਈਵੇਟ ਬਾਡੀਜ਼ ਖਰੀਦਣਗੀਆਂ ਸਾਡੀ ਫਸਲ। ਸੋ ਪ੍ਰਾਈਵੇਟ ਬਾਡੀਜ਼ ਉਹ ਤਾਂ ਸਾਨੂੰ MSP ਦੀ ਸ਼ੋਰਿਟੀ ਦੇਣ ਨਹੀਂ ਲੱਗੀਆਂ। ਸੋ ਫਾਰਮਰਸ ਚਾਹੁੰਦੇ ਨੇ ਕਿ ਰਿਟਰਨ ਦੇ ਵਿੱਚ ਇੱਕ ਲੈਜਿਸਲੇਸ਼ਨ ਪਾਸ ਕਰਕੇ ਜਿਹੜੀ ਸਰਕਾਰ ਹੈ ਉਹ ਸ਼ੋਰਿਟੀ ਦੇਵੇ ਕਿ ਜਦੋਂ ਉਹਨਾਂ ਤੋਂ ਪ੍ਰਾਈਵੇਟ ਕਾਰਪੋਰੇਟ ਕੋਈ ਚੀਜ਼ ਖਰੀਦਣਗੇ, ਫਸਲ ਖਰੀਦਣਗੇ, ਤਾਂ ਉਹ ਵੀ MSP ਦੇ ਉੱਤੇ ਫਸਲ ਚੱਕਣਗੇ। ਸੋ ਇਹ ਮੇਨ ਇਸ਼ੂ ਹੈ MSP ਤੇ ਫਾਰਮਰਸ ਦਾ। ਸੋ ਇਹ ਗਵਰਨਮੈਂਟ ਨੇ ਜਿਹੜਾ ਪਹਿਲਾਂ ਕੋਈ ਲਾਅ ਨਹੀਂ ਸੀ MSP ਉਹਦਾ ਫਾਇਦਾ ਚੱਕਿਆ। ਸੋ ਦਿਸ ਵਾਸ ਆਲ ਅਬਾਊਟ MSP। ਆਈ ਹੋਪ ਤੁਹਾਨੂੰ ਇਹ ਛੋਟਾ ਜਿਹਾ ਕੰਸੈਪਟ ਬੜੀ ਚੰਗੀ ਤਰ੍ਹਾਂ ਸਮਝ ਆ ਗਿਆ ਹੋ ਕਿ ਮਿਨੀਮਮ ਸਪੋਰਟ ਪ੍ਰਾਈਸ ਹੈ ਕੀ, ਉਸ ਤੋਂ ਬਾਅਦ ਕਿਹੜੀਆਂ-ਕਿਹੜੀਆਂ ਕ੍ਰੌਪਸ ਨੇ, ਫਸਲਾਂ ਨੇ ਜਿਹੜੀਆਂ ਕਿ ਇਹਦੇ ਅੰਦਰ ਕਵਰ ਹੁੰਦੀਆਂ ਨੇ, farmers क्यों protest कर रहे हैं। So please do like, share and comment on my videos and keep supporting my channel. Thank you so much and good luck.